ਸਤਿ ਸ਼੍ਰੀ ਅਕਾਲ ਪੰਜਾਬੀਓ, ਤੁਸੀਂ ਜੁੜੇ ਹੋ ਜੀ ਅੱਜ ਮੇਰੇ ਨਾਲ ਯਾਨੀ ਕਿ ਪੰਜਾਬੀ ਪੁਆਇੰਟ ਦੇ ਨਾਲ। ਸੋ ਮੈਂ ਤੁਹਾਡਾ ਆਪਣਾ ਰੁਪਿੰਦਰ ਮਨਾਵਾ। ਸੋ ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ, ਸਿੱਖ ਧਰਮ ਦੇ ਵਿੱਚ ਕਰਾਮਾਤ ਦੀ ਕੋਈ ਥਾਂ ਨਹੀਂ ਹੈ, ਕੋਈ ਜਗ੍ਹਾ ਨਹੀਂ ਹੈ। ਪਰ ਮੈਂ ਅੱਜ ਇੱਕ ਸਟੋਰੀ ਜੋ ਮੇਰੇ ਨਾਲ ਖੁਦ ਨਾਲ ਬੀਤੀ, ਵੈਸੇ ਤਾਂ ਗੱਲ ਪੁਰਾਣੀ ਹੈ, 10 ਸਾਲ ਪੁਰਾਣੀ ਗੱਲ ਸੁਣਾਉਣ ਜਾ ਰਿਹਾ ਤੁਹਾਡੇ ਸਭ ਦੇ ਨਾਲ। ਸੋਚਿਆ 10 ਸਾਲ ਪਹਿਲਾਂ ਦੀ ਇਹ ਗੱਲਬਾਤ ਜਿਹੜੀ ਸ਼ੇਅਰ ਕਰਨ ਲੱਗਾ ਤੁਹਾਡੀ ਜ਼ਿੰਦਗੀ 'ਚ ਕੁਝ ਐਸੀ ਘਟਨਾ ਹੋਈ ਕਿ ਮੈਂ ਕਾਫੀ ਜ਼ਿਆਦਾ ਡਿਪਰੈਸ਼ਨ ਸ਼ਬਦ ਯੂਜ਼ ਕਰ ਸਕਦੇ ਕਿ ਡਿਪਰੈਸ਼ਨ ਵਿੱਚ ਚਲਾ ਗਿਆ। ਪਰ ਉਹ ਡਿਪਰੈਸ਼ਨ ਜਿਹੜਾ ਮੈਂ ਸ਼ੋਅ ਨਹੀਂ ਕੀਤਾ, ਕਦੇ ਮਹਿਸੂਸ ਨਹੀਂ ਹੋਣ ਦਿੱਤਾ, ਬਟ ਮੈਨੂੰ ਇੰਟਰਨਲ ਪਤਾ ਸੀ ਕਿ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ। ਔਰ ਜਿਹੜਾ ਮੈਂ ਉਸ ਟਾਈਮ ਫਿਰ ਕੁਝ ਰੱਬ ਦਾ ਬੰਦੇ ਜਿਨ੍ਹਾਂ ਨਾਲ ਮੇਰੀ ਸੰਗਤ ਬਹਿਣੀ ਉੱਠਣੀ ਸੀਗੀ, ਉਹਨਾਂ ਨਾਲ ਮੇਰੀ ਗੱਲਬਾਤ ਚੱਲੀ, ਮੈਂ ਉਹਨਾਂ ਨੂੰ ਆਪਣੇ ਦੁੱਖ ਤਕਲੀਫ ਜ਼ਾਹਿਰ ਕੀਤੇ। ਤਾਂ ਉਹਨਾਂ ਨੇ ਕਿਹਾ ਕਿ ਤੂੰ ਦਰਬਾਰ ਸਾਹਿਬ ਜਾਇਆ ਕਰ, ਦਰਬਾਰ ਸਾਹਿਬ ਅੰਮ੍ਰਿਤਸਰ। ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ ਸ਼ੁਰੂ ਹੋਇਆ ਤਾਂ ਮਤਲਬ ਮੈਂ ਉੱਥੇ ਜਾ ਕੇ ਸੇਵਾ ਕਰਨੀ ਸ਼ੁਰੂ ਕੀਤੀ। ਫਿਰ ਮੈਂ ਹੌਲੀ ਹੌਲੀ ਉੱਥੇ ਕਾਫੀ ਟਾਈਮ ਜਿਹੜਾ ਹੈਗਾ ਬਿਤਾਉਣਾ ਸ਼ੁਰੂ ਕੀਤਾ। ਉੱਥੇ ਆਸਤਾ ਮਤਲਬ ਮੇਰੇ ਦੋਸਤ ਵੀ ਬਣ ਗਏ, ਬਹੁਤ ਸਾਰੇ ਸੱਜਣ ਮਿੱਤਰ ਉੱਥੇ ਮੈਨੂੰ ਮਿਲੇ ਜਿਹੜੇ ਪਰਸਨਲ ਅੰਮ੍ਰਿਤਸਰ ਦੇ ਲੋਕਲ ਸੀ ਔਰ ਬਾਹਰੋਂ ਸੰਗਤ ਆਉਂਦੀ ਸੀ। ਸੋ ਅਸੀਂ ਫਿਰ ਐਸਾ ਰੂਟੀਨ ਪ੍ਰਮਾਤਮਾ ਨੇ, ਸੱਚੇ ਪਾਤਸ਼ਾਹ ਨੇ ਬਣਾਤਾ ਕਿ ਹਰ ਸੈਟਰਡੇ ਸੰਡੇ ਮੈਂ ਦਰਬਾਰ ਸਾਹਿਬ ਜਾਣਾ ਸ਼ੁਰੂ ਹੋ ਗਿਆ। ਮਤਲਬ ਐਸਾ ਦਿਲ ਲੱਗਣਾ ਸ਼ੁਰੂ ਹੋਇਆ ਕਿ ਉੱਥੇ ਜਾ ਕੇ ਮੈਂ ਹਰ ਸੈਟਰਡੇ ਸੰਡੇ ਮੈਂ ਇੱਥੋਂ ਜਾਣ ਕੇ ਮੈਂ ਚਲਾ ਜਾਂਦਾ ਸੀ ਆਪਣੇ ਘਰ ਤੋਂ ਬੱਸ ਚੜ੍ਹ ਕੇ, ਹਰ ਸੈਟਰਡੇ ਸੰਡੇ ਚਲਾ ਜਾਂਦਾ ਸੀ ਤਾਂ ਉੱਥੇ ਸੇਵਾ ਕਰਨੀ ਦਰਬਾਰ ਸਾਹਿਬ ਦੇ ਵਿੱਚ, ਔਰ ਬਾਕੀ ਉੱਥੇ ਪ੍ਰਸ਼ਾਦਾ ਛਕ ਲੈਣਾ, ਉੱਥੇ ਹੀ ਰਹਿ ਲੈਣਾ, ਜਾਂ ਪਰਿਕਰਮਾ 'ਚ ਰਹਿ ਲੈਣਾ ਜਾਂ ਸਰਾਂ ਦੇ ਵਿੱਚ ਕਮਰਾ ਲੈ ਕੇ ਰਹਿ ਲੈਣਾ। ਸੋ ਉਸ ਦਰਮਿਆਨ ਕੀ ਹੋਇਆ ਜੀ ਕਿ ਮੇਰਾ ਹਰ ਸੈਟਰਡੇ ਦਰਬਾਰ ਸਾਹਿਬ ਤੇ ਸੰਡੇ ਦਰਬਾਰ ਸਾਹਿਬ ਹੁੰਦਾ ਸੀ ਤੇ ਮੈਂ ਸੰਡੇ ਸ਼ਾਮ ਨੂੰ ਘਰ ਵਾਪਸ ਆਉਂਦਾ ਸੀ। ਫਿਰ ਆਪਣੇ ਜੋ ਵੀ ਸਟੱਡੀ ਔਰ ਦੁਨੀਆਦਾਰੀ ਦੇ ਕੰਮ ਸ਼ੁਰੂ ਹੋ ਜਾਂਦੇ ਸੀ। ਬਹੁਤ ਵਧੀਆ ਜ਼ਿੰਦਗੀ ਜਾ ਰਹੀ ਸੀ। ਇੱਕ ਪ੍ਰਮਾਤਮਾ ਦੀ ਕਿਰਪਾ ਨਾਲ ਇੱਕ ਐਸੀ ਘਟਨਾ ਹੋਈ ਮੇਰੀ ਜ਼ਿੰਦਗੀ ਦੇ ਵਿੱਚ ਕਿ ਜਿਹਨੂੰ ਮੈਂ ਕਦੇ ਭੁੱਲ ਨਹੀਂ ਸਕਿਆ। ਉਸ ਘਟਨਾ ਦਾ ਮੇਰੇ ਦਿਮਾਗ ਤੇ ਦਿਲ ਤੇ ਬਹੁਤ ਡੂੰਘਾ ਅਸਰ ਹੋਇਆ। ਸੋ ਹੋਇਆ ਕਿ ਦੋਸਤੋ ਕਿ ਮੈਂ ਦਰਬਾਰ ਸਾਹਿਬ ਜਦੋਂ ਜਾਂਦਾ ਹੁੰਦਾ ਸੀ ਤੇ ਮੈਂ ਸੈਟਰਡੇ ਤੇ ਸੰਡੇ, ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਾਂਦੇ ਹੁੰਦੇ ਸੀ, ਤੇ ਬਹੁਤ ਸਾਰੇ ਦੋਸਤ ਮੇਰੇ ਨਾਲ ਜਾਂਦੇ ਹੁੰਦੇ ਸੀ। ਤਾਂ ਮੰਮੀ ਮੇਰੀ ਮਦਰ, ਉਹਨਾਂ ਨੇ ਮੈਨੂੰ ਕੋਈ ਘਰ 'ਚ ਐਸੀ ਖੁਸ਼ੀ ਹੋਈ, ਖੁਸ਼ੀ ਦਾ ਮਾਹੌਲ ਬਣਿਆ ਹੋਇਆ ਕਿ ਮਦਰ ਕਹਿਣ ਲੱਗੇ ਕਿ ਤੂੰ ਨਾ ਇਸ ਵਾਰੀ ਜਾਂਦਾ ਹੋਇਆ ਰਮਾਲਾ ਸਾਹਿਬ ਲੈ ਜੀ, ਕਿ ਰਮਾਲਾ ਸਾਹਿਬ ਲੈ ਕੇ ਜਾਈ ਤੇ ਦਰਬਾਰ ਸਾਹਿਬ ਰਮਾਲਾ ਸਾਹਿਬ ਚੜਾਈ। ਤਾਂ ਚਲੋ ਮੇਰੀ ਮਦਰ ਨੇ ਪਰਸਨਲ ਪੈਸੇ ਜਿਹੜੇ ਉਹ ਮੈਨੂੰ ਦਿੱਤੇ ਕਿ ਇਹ ਪੈਸਿਆਂ ਦਾ ਤੂੰ ਰਮਾਲਾ ਸਾਹਿਬ ਦਰਬਾਰ ਸਾਹਿਬ ਚੜਾਉਣਾ ਹੈਗਾ। ਤਾਂ ਉਹ ਮੈਂ ਕੀ ਕੀਤਾ ਜੀ, ਮੈਂ ਬੱਸ ਉਤਰਿਆ, ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਕੋਲੇ ਬੱਸ ਲੱਗਦੀ ਸੀ, ਉੱਥੇ ਉਤਰਿਆ ਤੇ ਜਲਦੀ ਦੇ ਵਿੱਚ ਮੈਨੂੰ ਕੀ ਕਾਹਲੀ ਹੁੰਦੀ ਸੀ ਕਿ ਅਸੀਂ ਸੈਟਰਡੇ ਨੂੰ ਨਾ ਗਰਮੀਆਂ ਦੇ ਵਿੱਚ ਮੋਸਟਲੀ ਅੰਦਰ ਜਿਹੜੀ ਪ੍ਰਕਰਮਾ ਹੈਗੀ, ਇੱਕ ਤਾਂ ਬਾਹਰਲੀ ਪ੍ਰਕਰਮਾ ਦਰਬਾਰ ਸਾਹਿਬ ਦੀ, ਇੱਕ ਅੰਦਰ ਜਿੱਥੇ ਦਰਬਾਰ ਸਾਹਿਬ ਆਪਾਂ ਮੱਥਾ ਟੇਕਣ ਜਾਂਦੇ ਹਾਂ, ਉਹਦੀ ਸੇਵਾ ਚੱਲਦੀ ਹੁੰਦੀ ਸੀ 3 ਵਜੇ। ਤਾਂ ਮੈਂ ਉਹ 3 ਵਜੇ ਉੱਥੇ ਹਰ ਵਾਰੀ ਸੇਵਾ ਦੇ ਪਹੁੰਚਦਾ ਹੁੰਦਾ ਸੀਗਾ। ਹਾਂ, ਇੱਕ ਚੀਜ਼ ਉਹਦੇ ਵਿੱਚ ਬੜੀ ਜ਼ਰੂਰੀ ਆ ਕਿ ਲੋਕ ਕਹਿੰਦੇ ਕਰਾਮਾਤ ਨਹੀਂ ਵਾਪਰਦੀ। ਉਸ ਗੁਰੂ ਘਰ ਗੁਰੂ ਰਾਮਦਾਸ ਦੇ ਘਰ ਮੈਂ ਕਰਾਮਾਤ ਵਾਪਰੀਆਂ, ਮੇਰੇ ਨਾਲ ਖੁਦ ਨਾਲ ਵਾਪਰੀਆਂ ਨੇ, ਮੈਂ ਦੇਖੀਆਂ ਨੇ। ਕਈ ਵਾਰੀ ਕੀ ਹੁੰਦਾ ਸੀਗਾ ਕਿ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ ਸੀ ਨਾ ਤਾਂ 3 ਤੋਂ ਲੇਟ ਹੋ ਜਾਂਦੀ ਸੀ, ਬੱਸ ਲੇਟ ਹੋ ਜਾਂਦੀ ਸੀ, ਰਸਤੇ ਜਾਮ ਲੱਗ ਜਾਣਾ, ਜਾਂ ਉਸ ਟਾਈਮ ਤਾਂ ਸਿੰਗਲ ਰੋਡ ਹੁੰਦੀ ਸੀਗੀ, ਵਨ ਵੇ ਹੁੰਦਾ ਸੀਗਾ ਕਿ ਹਨਾ। ਤਾਂ ਹੁਣ 2 ਵੇ 4 ਲਾਈਨ ਹੋਈ ਆ। ਤਾਂ ਉਸ ਟਾਈਮ ਕੀ ਹੋਣਾ, ਜਾਮ ਲੱਗ ਜਾਣਾ ਰੋਡ ਦੇ ਵਿੱਚ, ਜਾਂ ਕਈ ਵਾਰੀ ਘਰੋਂ ਹੀ ਲੇਟ ਨਿਕਲਣਾ, ਤਿਆਰ ਹੁੰਦੇ ਜਾਂ ਤਿਆਰੀ ਕਰਦੇ ਘਰੇ ਲੇਟ ਹੋ ਜਾਣਾ, ਜਾਂ ਬੱਸ ਨਾ ਮਿਲਣੀ। ਤੇ ਮਤਲਬ ਇੱਦਾਂ 3 ਵਜੇ ਨੂੰ ਉੱਥੇ ਸੇਵਾ ਸ਼ੁਰੂ ਹੋ ਜਾਂਦੀ, 2:30 ਵਜੇ ਤਿਆਰੀ ਸ਼ੁਰੂ ਹੋ ਜਾਂਦੀ, 3 ਵਜੇ ਸੇਵਾ ਸ਼ੁਰੂ ਹੋ ਜਾਂਦੀ। ਤਾਂ ਬਹੁਤ ਵਾਰੀ ਮਨ ਦੇ ਵਿੱਚ ਇੱਦਾਂ ਹੋਣਾ ਕਿ ਸੇਵਾ ਕਰਨੀ ਆ। ਮੈਂ ਉੱਥੋਂ ਸਾਨੂੰ ਦਰਬਾਰ ਸਾਹਿਬ ਤਕਰੀਬਨ 100 ਕਿਲੋਮੀਟਰ ਪੈ ਜਾਂਦਾ ਸੀ ਅੰਮ੍ਰਿਤਸਰ। ਤਾਂ 100 ਕਿਲੋਮੀਟਰ ਦੀ ਜਿਹੜਾ ਉੱਥੋਂ ਚੱਲਣਾ, ਘਰ ਤੋਂ ਚੱਲਣਾ ਕਿ ਸੇਵਾ ਕਰਨੀ ਆ, 3 ਵਜੇ ਪਹੁੰਚਣਾ ਹਰ ਹਾਲਤ। ਉਸ ਟਾਈਮਿੰਗ ਦੇ ਹਿਸਾਬ ਨਾਲ ਮੈਂ ਘਰ ਤੋਂ ਤੁਰਦਾ ਹੁੰਦਾ ਸੀ।
ਤਾਂ ਬੈਗ ਰੱਖਣਾ ਆਪਣਾ, ਬਸ ਸਿੱਧਾ ਦਰਬਾਰ ਸਾਹਿਬ ਸੇਵਾ ਤੇ ਚਲੇ ਜਾਣਾ। ਤਾਂ ਉੱਥੇ ਨਾ ਰੱਸੇ ਬੰਨੇ ਹੋਏ ਆ ਬਾਲਟੀਆਂ ਨਾਲ, ਬਕਟ ਦੇ ਨਾਲ ਜਿਹੜੇ ਰਸਤੇ ਦੇ ਰੱਸੇ ਬੰਨੇ ਹੋਏ ਆ, ਉਹਦੇ ਨਾਲ ਖਿੱਚ ਕੇ ਪਾਣੀ ਪਰਿਕਰਮਾ 'ਚ ਉਹ ਕਰਦੇ ਨੇ, ਮਤਲਬ ਡੋਲਦੇ ਨੇ। ਤਾਂ ਉਹਦੇ ਨਾਲ ਪਰਿਕਰਮਾ ਜਿਹੜੀ ਦੂਸਰੀ ਸੰਗਤ ਜਿਹੜੀ ਕੋਈ ਪੋਚਾ ਲਾ ਰਹੀ ਆ, ਕੋਈ ਕੁਛ ਕਿੱਦਾਂ ਦੀ ਸੇਵਾ, ਹਰ ਤਰੀਕੇ ਦੀ ਆਪਣੀ ਸੇਵਾ ਕਰਦੇ ਨਾ। ਤਾਂ ਮੇਰੀ ਬਾਲਟੀ ਤੇ ਸੇਵਾ ਹੁੰਦੀ ਸੀ। ਇੱਕ ਤਾਂ ਉਹਦੇ ਨਾਲ ਇਹ ਸੀਗਾ ਕਿ ਜ਼ੋਰ ਬਹੁਤ ਲੱਗਦਾ ਸੀ, ਪ੍ਰੈਕਟਿਸ ਵਧੀਆ ਹੋ ਗਈ ਸੀਗੀ। ਤਾਂ ਮਤਲਬ ਅੱਧਾ ਘੰਟਾ ਵੀ ਉਹਦੇ ਨਾਲ ਬਾਲਟੀ ਨਾਲ ਅਸੀਂ ਪਾਣੀ ਕੱਢੀ ਜਾਣਾ। ਮਤਲਬ ਐਸੀ, ਕਿਉਂਕਿ ਹਰ ਸੈਟਰਡੇ ਸੰਡੇ ਜਾਂਦੇ ਸੀ ਤਾਂ ਪ੍ਰੈਕਟਿਸ ਹੋ ਗਈ ਸੀ ਉਹਦੀ। ਤਾਂ ਬਾਲਟੀ ਚਲਾਉਣੀ ਹਰ ਬੰਦੇ ਦੇ ਹਿਸਾਬ 'ਚ ਨਹੀਂ ਹੁੰਦੀ, ਰੱਸੇ ਨਾਲ ਚਲਾ ਕੇ ਨਾ ਪਾਣੀ ਕੱਢਣਾ, ਫਿਰ ਰੱਸੇ ਨਾਲ ਉਹ ਰੱਸਾ ਉਸੇ ਤਰੀਕੇ ਨਾਲ ਸੈਟਿੰਗ 'ਚ ਹੀ ਬਣ ਜਾਂਦੀ। ਤੇ ਉਹਦੇ ਨਾਲ ਕੀ ਹੁੰਦਾ ਸੀ, ਮੈਂ ਨਾ ਜਦੋਂ ਮਨ 'ਚ ਸੋਚਣਾ ਕਿ ਯਾਰ ਇਸ ਵਾਰੀ ਲੇਟ ਹੋ ਗਏ ਤੇ ਸੇਵਾ ਸ਼ੁਰੂ ਹੋ ਜਾਣੀ ਹੈ, ਤਾਂ ਬਾਲਟੀ ਮਿਲਣੀ ਨਹੀਂ। ਤੇ ਉਹ ਬਾਲਟੀਆਂ ਬੜੀਆਂ ਲਿਮਟਡ ਹੁੰਦੀਆਂ ਸੀ, ਤਾਂ ਸੇਵਾਦਾਰਾਂ ਦੀ ਹੀ ਆਪਣੀ ਬਾਲਟੀ ਹੁੰਦੀ ਸੀ, ਉਹ ਜਿਹਨੂੰ ਮਿਲ ਗਈ। ਉੱਥੇ ਤਾਂ ਸੇਵਾ ਦਾ ਵੀ ਸਿਸਟਮ ਆਇਆ ਵੀ ਜਦੋਂ ਸੇਵਾ ਸ਼ੁਰੂ ਹੁੰਦੀ, ਜੋ ਹੱਥੋਂ ਪਾਈ ਹੁੰਦੀ ਆ ਵੀ ਲੋਕ ਜਿਹਨੂੰ ਬਾਲਟੀ ਮਿਲ ਗਈ ਫਿਰ ਉਹ ਛੱਡਦਾ ਨਹੀਂ, ਫਿਰ ਉਹ ਆਪਣੀ ਸੇਵਾ ਲਈ ਚੱਲ ਜਾਂਦਾ ਸੀ। ਤਾਂ ਮੈਂ ਸੋਚਣਾ ਕਿ ਯਾਰ ਸੇਵਾ ਨਹੀਂ ਮਿਲਣੀ ਇਸ ਵਾਰੀ, ਬਾਲਟੀ ਨਹੀਂ ਮਿਲਣੀ। 100 ਕਿਲੋਮੀਟਰ ਤੋਂ ਮੈਂ ਚੱਲਦਾ ਇਹ ਗੱਲ ਸੋਚਦਾ ਆ ਰਿਹਾ ਹੁੰਦਾ ਸੀ। ਤੇ ਕਈ ਵਾਰੀ ਕੀ ਹੋਣਾ ਕਿ ਸੇਵਾ ਸ਼ੁਰੂ ਹੋ ਗਈ ਹੋਣੀ, ਮੇਰੇ ਜਾਂਦੇ ਨੂੰ ਨਿਬੜ ਜਾਣੀ ਹੈ। ਅੱਧਾ ਘੰਟਾ ਲੇਟ ਵੀ ਪਹੁੰਚਿਆ। ਵੈਸੇ 3 ਵਜੇ ਸੇਵਾ ਸਟਾਰਟ ਹੋ ਜਾਂਦੀ ਸੀਗੀ, ਜਿਹੜੇ ਦਰਬਾਰ ਸਾਹਿਬ ਸੇਵਾ ਕਰਦੇ ਉਹਨਾਂ ਨੂੰ ਪਤਾ, ਤਾਂ 3 ਵਜੇ ਸੇਵਾ ਸਟਾਰਟ ਹੋ ਜਾਂਦੀ ਹੈ। ਅੱਧਾ ਘੰਟਾ ਲੇਟ ਪਹੁੰਚਣਾ ਤੇ ਅੱਧਾ ਘੰਟਾ ਤੱਕ ਲੇਟ ਸੇਵਾ ਸ਼ੁਰੂ ਨਾ ਹੋਣੀ। ਔਰ ਮੈਂ ਸੋਚਦਾ ਹੁੰਦਾ ਸੀ, ਜਾਂ ਕਈ ਵਾਰੀ ਕੀ ਹੋਣਾ ਕਿ ਜੀ ਉਹ ਜਿਹੜਾ ਬਾਬਾ ਡਿਊਟੀ ਸਾਹਿਬ ਦੇ ਅੰਦਰ ਨਾ ਇੱਕ ਕਮਰਾ ਜਿੱਥੇ ਬਾਲਟੀਆਂ ਰੱਖੀਆਂ ਹੁੰਦੀਆਂ, ਉਹ ਸਾਰੇ ਜਾਣਨ ਲੱਗ ਗਏ ਸੀਗੇ, ਕਿਉਂਕਿ ਹਰ ਵਾਰੀ ਸੇਵਾ ਤਾਂ ਜਾਂਦੇ ਸੀਗੇ। ਤਾਂ ਉਹਨੇ ਕਹਿਣਾ ਵੀ ਸੇਵਾ ਸ਼ੁਰੂ ਹੋ ਗਈ ਆ ਹੁਣ, ਜਾਂ ਸੇਵਾ ਸ਼ੁਰੂ ਹੋ ਗਈ ਤਾਂ ਉਹਨੇ ਕਹਿਣਾ ਵੀ ਹੁਣ ਬਾਲਟੀ ਨਹੀਂ ਹੈਗੀ ਕੋਈ ਵੀ, ਤੇ ਵੀ ਜਾ ਕੇ ਉਧਰ ਸੇਵਾ ਕਰ ਲਓ ਭਾਈ ਸਾਹਿਬ ਤੁਸੀਂ ਵੀ, ਸੇਵਾ ਵੀ ਬਾਲਟੀ ਕੋਈ ਨਹੀਂ ਹੈਗੀ। ਅੰਦਰ ਵੜਨਾ ਤੇ ਅੰਦਰੋਂ ਪਤਾ ਨਹੀਂ ਕਿੱਥੋਂ ਕੋਈ ਗੁੱਠ ਚੋਂ ਕੋਈ ਕਿਸੇ ਟਾਟ ਦੇ ਥੱਲੋਂ ਬਾਲਟੀ ਨਿਕਲੇ ਹੋਣੀ। ਤਾਂ ਉੱਥੇ ਕਈ ਵਾਰੀ ਜਿਹੜੇ ਸੰਗਤ ਹੁੰਦੀ ਸੀ, ਜਿਹੜੇ ਸੇਵਾਦਾਰ ਉੱਥੇ ਲੱਭ ਕੇ ਮੁੜੇ ਆਉਂਦੇ ਰਹੇ ਆ ਅੰਦਰੋਂ। ਕਈ ਵਾਰੀ ਇਹ ਹੋਇਆ ਬਾਹਰ ਨਿਕਲਦੇ ਉਹਨੇ ਕਹਿਣਾ ਯਾਰ ਮੈਂ ਹੁਣ ਤਾਂ ਦੇਖ ਕੇ, ਜਿਹੜੇ ਦੂਜੇ ਸੇਵਾਦਾਰ ਹੁੰਦੇ ਸੀ ਉਹਨਾਂ ਨੇ ਕਹਿਣਾ ਯਾਰ ਮੈਂ ਹੁਣ ਤਾਂ ਦੇਖ ਕੇ ਕਿਹਾ ਬਾਲਟੀ ਹੈ ਨਹੀਂ ਸੀਗੀ, ਤੇ ਆ ਬਾਲਟੀ ਤੈਨੂੰ ਕਿੱਥੋਂ ਲੱਭ ਗਈ। ਮੈਂ ਕਿਹਾ, ਮੈਂ ਮਨ 'ਚ ਸੋਚਦਾ ਹੁੰਦਾ ਸੀ, ਵਾਹ ਸੱਚਾ ਪਾਤਸ਼ਾਹ 100 ਕਿਲੋਮੀਟਰ ਤੋਂ ਇਸੇ ਕਰਕੇ ਆਇਆ ਸੀ ਕਿ ਸੇਵਾ ਲਵਾਂ, ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਾਲਟੀ ਵੀ ਮੈਨੂੰ ਮਿਲਦੀ ਰਹੀ ਆ। ਉੱਥੇ ਬਾਲਟੀ ਅੱਖਾਂ ਤੋਂ, ਲੋਕਾਂ ਦੇ ਅੱਖਾਂ ਤੋਂ ਓਝਲ ਹੋ ਜਾਂਦੀ ਸੀ। ਸੱਚੇ ਪਾਤਸ਼ਾਹ ਵਾਹਿਗੁਰੂ ਮੇਰੇ ਲਈ ਰੱਖ ਲੈਂਦੇ ਸੀ ਵੀ ਇੱਕ ਸਿੰਘ ਸੇਵਾਦਾਰ 100 ਕਿਲੋਮੀਟਰ ਤੋਂ ਚੱਲ ਕੇ ਆ ਰਿਹਾ। ਸੋ ਇੱਕ ਇਹ ਕਰਾਮਾਤ ਸੀ। ਤਾਂ ਇੱਕ ਜਿਹੜੀ ਮੈਂ ਵਿੱਚ ਦਾ ਟਾਈਮ ਸੀ, ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਾਤਾ ਕਹਿੰਦੀ ਵੀ ਇਸ ਵਾਰੀ ਤੂੰ ਗਿਆ ਨਾ ਤੇ ਰਮਾਲਾ ਸਾਹਿਬ ਲੈ ਜੀ, ਤੇ ਗੁਰੂ ਸਾਹਿਬ ਦੇ ਰਮਾਲਾ ਸਾਹਿਬ ਚੜਾਈ ਗੁਰੂ ਸਾਹਿਬ ਦੇ ਹਜ਼ੂਰ। ਤਾਂ ਚਲੋ ਜੀ ਮੈਂ ਉੱਥੋਂ ਚੱਲਿਆ ਫਟਾਫਟ। ਤਾਂ ਗਾਹ ਜਾਂਦੇ ਨੇ ਸੇਵਾ ਲੇਟ ਹੋ ਗਈ, ਤਾਂ ਮੈਂ ਮਤਲਬ ਕਾਲੀ ਦੇ ਵਿੱਚ ਬੱਸੋਂ ਉਤਰਿਆ ਤੇ ਚੱਲਦਾ ਗਿਆ ਤੇ ਰਮਾਲਾ ਲੈਣ ਦਾ ਯਾਦ ਹੀ ਭੁੱਲ ਗਿਆ ਕਿ ਰਮਾਲਾ ਸਾਹਿਬ ਲੈਣਾ ਸੀਗਾ। ਤਾਂ ਚਲੋ ਜੀ ਉਹ ਪੈਸੇ ਜਿਹੜੀ ਮੇਰੀ ਮਦਰ ਨੇ ਦਿੱਤੇ ਸੀ ਉਹ ਮੈਂ ਅਲੱਗ ਜੇਬ 'ਚ ਪਾ ਲਏ ਸੀਗੇ ਕਿ ਮੈਂ ਇਹਨਾਂ ਦਾ ਰਮਾਲਾ ਸਾਹਿਬ ਲੈਣਾ। ਤਾਂ ਮਤਲਬ ਮੈਂ ਚਲੋ ਜੀ ਮੈਂ ਉੱਪਰ ਕੀ ਹੋਇਆ, ਸੇਵਾ ਹੋ ਗਈ ਜੀ। ਸੇਵਾ ਕਰਕੇ ਤਾਂ ਜਦੋਂ ਦੁਪਹਿਰ ਦੀ ਅਰਦਾਸ ਹੁੰਦੀ ਹੈ ਜੀ, ਦੁਪਹਿਰ ਦੀ ਅਰਦਾਸ ਤੋਂ ਬਾਅਦ ਅਸੀਂ ਉੱਪਰ ਜਾ ਕੇ ਬਹਿ ਗਏ। ਜਿਹੜਾ ਦਰਬਾਰ ਸਾਹਿਬ ਦੇ ਉੱਪਰਲੇ ਪਾਸੇ ਬਣਿਆ ਹੋਇਆ ਨਾ, ਜਿੱਥੋਂ ਬਾਰੀਆਂ ਬਣੀਆਂ ਹੋਈਆਂ ਨੇ, ਉਹਦੇ ਵਿੱਚ ਦੀ ਤੁਸੀਂ ਦੇਖੋਗੇ ਅੰਦਰ ਉੱਪਰ ਸੰਗਤ ਬਹਿ ਜਾਂਦੀ, ਜਿੱਥੇ ਉੱਪਰ ਮਹਾਰਾਜ ਦਾ ਪ੍ਰਕਾਸ਼ ਆ। ਦਰਬਾਰ ਸਾਹਿਬ ਅੰਦਰ ਦੀ ਗੱਲ ਕਰ ਰਿਹਾ ਮੈਂ। ਤੇ ਉੱਥੇ ਜੀ ਮੈਂ ਉੱਪਰ ਜਾ ਕੇ ਬੈਠ ਗਿਆ, ਤੇ ਉੱਪਰੋਂ ਕੀ ਦੇਖ ਰਿਹਾ ਕਿ ਇੱਕ ਬਾਬਾ ਬਜ਼ੁਰਗ, ਉਹਨਾਂ ਦੇ ਨਾ ਗਲੇ 'ਚ ਰੱਸੀਆਂ ਦੀ ਮਾਲਾ ਪਾਈ ਹੋਈ ਆ, ਰੱਸੀਆਂ ਦੀ ਵੱਟ ਕੇ ਰੰਗ ਬਰੰਗੇ ਧਾਗਿਆਂ ਦੀ ਮਾਲਾ ਪਾਈ ਹੋਈ ਆ। ਔਰ ਉਹਨਾਂ ਸੇਵਾ ਕਰਦੇ ਆ ਰਹੇ, ਉਹਨਾਂ ਦੇ ਹੱਥ ਝਾੜੂ ਦੇ ਵਿੱਚ ਐਡਾ ਡੰਡਾ ਠੋਕਿਆ ਹੋਇਆ, ਤੇ ਇਦਾਂ ਝਾੜੂ ਮਾਰਦੇ ਆ ਰਹੇ ਆ। ਸੋ ਮੈਂ ਸੋਚ ਰਿਹਾ, ਔਰ ਉਹਨਾਂ ਦੇ ਪਾਟੇ ਕੱਪੜੇ ਪਾਏ ਹੋਏ, ਟਾਕੀਆਂ ਲੱਗੀਆਂ ਹੋਈਆਂ ਚੋਲੇ ਨੂੰ, ਔਰ ਚੋਲੇ ਦੇ ਵਿੱਚ ਟਾਕੀਆਂ ਰੰਗ ਬਰੰਗੀਆਂ, ਸਾਰਾ ਕੱਪੜੇ ਫਟੇ ਹੋਏ ਚੋਲਾ। ਤਾਂ ਮੈਂ ਸੋਚ ਰਿਹਾ ਕਿ ਯਾਰ ਮੇਰੇ ਮਨ 'ਚ ਯਾਦ ਆਇਆ, ਮੈਂ ਕਿਹਾ ਯਾਰ ਰਮਾਲਾ ਲੈਣਾ ਸੀ, ਤੇ ਵੀ ਕਿਉਂ ਨਾ ਇਸ ਬਜ਼ੁਰਗ ਨੂੰ ਮੈਂ ਚੋਲਾ ਲੈਦਾ ਯਾਰ, ਕਿ ਮੈਂ ਤਾਂ ਇੱਥੇ ਤਾਂ ਹਜ਼ਾਰਾਂ ਹੀ ਚੜਾਉਣ ਵਾਲੇ ਨੇ, ਹਜ਼ਾਰਾਂ ਦੇ ਚੜਾਵੇ ਚੜ੍ਹਦੇ ਨੇ, ਤੇ ਮੈਂ ਨਾ ਵੀ ਰਮਾਲਾ ਚੜਾਉਂਗਾ ਤਾਂ ਕੀ ਹੋ ਜਾਊਗਾ। ਵੀ ਕਿਉਂ ਨਾ ਇਸ ਲੋੜਵੰਦ ਬੰਦਾ, ਇਹ ਹਾਜ਼ਤਮੰਦ ਬੰਦਾ, ਇਹਨੂੰ ਮੈਂ ਜਿਹੜਾ ਹੈਗਾ ਚੋਲੇ ਦਾ ਕੱਪੜਾ ਲੈਦਾ ਜਾਂ ਚੋਲਾ ਸਵਾਦਾ ਹੈ ਨਾ। ਤੇ ਮੈਂ ਇਹ ਸੋਚਦਾ ਉੱਪਰੋਂ ਬੈਠਾ ਥੱਲੇ ਨੂੰ ਦੇਖ ਰਿਹਾ, ਤੇ ਦਿਮਾਗ 'ਚੋਂ ਗੱਲ ਚੱਲਦੀ ਤੇ ਫਿਰ ਦਿਮਾਗ 'ਚੋਂ ਨਿਕਲ ਗਈ, ਗੱਲ ਵਿਸਰ ਗਈ। ਚਲੋ ਜੀ ਮੈਂ ਫਿਰ ਹੋਰ ਕਿਸੇ ਮਤਲਬ
ਦਿਮਾਗ 'ਚ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ। ਫਿਰ ਕੀਰਤਨ ਵੱਲੀ ਧਿਆਨ ਹੋ ਗਿਆ, ਕੀਰਤਨ ਸੁਣਦੇ ਰਹੇ। ਤੇ ਜਦੋਂ ਮੈਂ ਮੱਥਾ ਟੇਕ ਕੇ ਵਾਪਸ ਬਾਹਰ ਨਿਕਲਿਆ, ਜਿੱਥੇ ਬਾਹਰ ਉੱਪਰ ਦੇਗ ਵਾਲੇ ਖੜੇ ਹੁੰਦੇ ਆ ਬੇਰੀ ਸਾਹਿਬ ਤੋਂ ਥੱਲੇ, ਜਿੱਥੇ ਬਾਹਰ ਆਪਾਂ ਨਿਕਲਦੇ ਆ ਤੇ ਪ੍ਰਕਰਮਾ 'ਚ ਆਉਣੇ ਤੇ ਪ੍ਰਕਰਮਾ 'ਚ ਦੇਗ ਵਾਲੇ ਖੜੇ ਹੁੰਦੇ ਆ, ਮੈਂ ਉੱਥੋਂ ਦੇਗ ਲੈ ਕੇ ਦੇਗ ਲੈ ਕੇ ਤੇ ਮੈਂ ਬਾਹਰ ਨਿਕਲਿਆ ਤੇ ਉਹੀ ਬਜ਼ੁਰਗ ਪਿੱਛੋਂ ਆ ਕੇ ਉਹਨਾਂ ਨੇ ਨਾ ਮੇਰੇ ਜਿਹੜਾ ਝਾੜੂ ਦੇ ਵਿੱਚ ਡੰਡਾ ਠੋਕਿਆ ਹੋਇਆ ਸੀ ਨਾ, ਐਡਾ ਕੁ ਮੁੱਠਾ ਜਿਹਾ ਲਾ ਲਓ, ਝਾੜੂ ਦਾ ਐਡਾ ਕੁ ਡੰਡਾ ਠੋਕਿਆ ਹੋਇਆ ਸੀਗਾ, ਉਹਨੇ ਆ ਕੇ ਮੇਰੀ ਢੂਈ 'ਚ ਪਿੱਛੋਂ ਦੀ ਮਾਰਿਆ। ਮਤਲਬ ਮੈਂ ਨਾ ਬੜੇ ਜਦੋਂ ਇੰਨੀ ਜ਼ੋਰ ਨਾਲ ਮੇਰੇ ਵੱਜਿਆ ਬੈਕ ਤੇ ਇੱਥੇ ਰੀੜ੍ਹ ਦੀ ਹੱਡੀ ਦੇ ਤੇ ਮੈਨੂੰ ਬੜੀ ਪੇਨ ਹੋਈ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੈਂ ਕੀ ਦੇਖਦਾ ਕਿ ਉਹੀ ਬਜ਼ੁਰਗ ਮੇਰੇ ਸਾਹਮਣੇ ਖੜੇ ਨੇ। ਤੇ ਮਤਲਬ ਮੇਰੇ ਕੀ ਬੋਲਾਂ ਵੀ ਮੇਰੇ ਸਾਹਮਣੇ ਉਹ ਖੜੇ ਨੇ ਤੇ ਮੈਂ ਉਹਨਾਂ ਵੱਲ ਹੀ ਦੇਖ ਕੇ ਇੱਕਦਮ ਹੱਥ ਜੋੜਦੇ ਮੈਂ ਕਿਹਾ ਬਾਬਾ ਜੀ ਕੀ ਗੁਸਤਾਖੀ ਹੋ ਗਈ। ਤਾਂ ਉਹਨਾਂ ਨੇ ਮੈਨੂੰ ਕੀ ਸ਼ਬਦ ਕਹੇ ਨੇ ਕਿ ਤੂੰ ਕਿੱਡਾ ਕੁ ਵੱਡਾ ਅਮੀਰ ਆ। ਉਹ ਬੜੇ ਗੁੱਸੇ 'ਚ ਚਲਾ ਕੇ ਬੋਲੇ, ਉੱਚੀ ਦੇਣੇ ਬੋਲੇ ਕਿ ਤੂੰ ਕਿੱਡਾ ਕੁ ਅਮੀਰ ਆ, ਤੂੰ ਗੁਰੂ ਰਾਮਦਾਸ ਨਾਲੋਂ ਵੀ ਵੱਡਾ ਅਮੀਰ ਆ, ਤੇਰੀ ਐਡੀ ਔਕਾਤ ਹੈ ਕਿ ਤੂੰ ਮੈਨੂੰ ਚੋਲੇ ਦਾ ਕੱਪੜਾ ਲੈ ਕੇ ਦੇਏਗਾ। ਓਏ ਹੋਏ ਬਾਬਾ ਜੀ, ਅੱਜ ਵੀ ਆ ਦੇਖੋ ਜਦੋਂ ਮੈਂ ਗੱਲ ਯਾਦ ਕਰਦਾ ਨਾ ਤਾਂ ਮੇਰੇ ਲੂੰ ਕੰਡੇ ਖੜੇ ਹੋ ਜਾਂਦੇ ਆ। ਤੁਸੀਂ ਇਹ ਨੋਟ ਕਰ ਸਕਦੇ ਆ ਕਿ ਮੇਰੇ ਨਾਲ ਅੰਦਰੋਂ ਤੁਰਤਲੀ ਇੱਕ ਤਰੀਕੇ ਦੀ ਹੁੰਦੀ ਆ ਕਿ ਉਹ ਬੰਦਾ ਮੈਨੂੰ ਕਹਿੰਦੇ ਗੁਰੂ ਦੇ ਪਿਆਰਾ ਐਸਾ ਟੱਕਰਿਆ। ਤੇ ਕਹਿੰਦੇ ਹੁੰਦੇ ਨਾ ਜਦੋਂ ਆਪ ਤੋਂ ਵੱਡਾ ਕੋਈ ਮਿਲ ਜੇ ਤਾਂ ਫਿਰ ਸੱਜਣਾ ਪੈਰੀ ਪੈਣੇ ਇੱਕ ਬਚਦਾ ਵਾ। ਤਾਂ ਮਤਲਬ ਮੇਰੇ ਮੂੰਹ ਚੋਂ ਕੁਛ ਵੀ ਨਹੀਂ ਉਹਨਾਂ ਨੂੰ ਮੈਂ ਕਹਿ ਸਕਦਾ। ਮੈਂ ਉਹਨਾਂ ਵੱਲ ਹੀ ਦੇਖ ਰਿਹਾ ਤੇ ਉਹ ਮੇਰੇ ਵੱਲ ਨੂੰ ਗੁੱਸੇ ਭਰੀ ਨਿਗਾਹ ਨਾਲ ਦੇਖ ਰਿਹਾ ਬਜ਼ੁਰਗ। ਕੋਈ ਸਾਧ ਸੀ, ਸਾਧੂ ਸਮਝ ਲਓ, ਕੋਈ ਮਹਾਤਮਾ ਹੋਏਗਾ। ਉਹ ਮੇਰੇ ਵੱਲ ਇੰਨੀ ਗੁੱਸੇ ਭਰੀ ਨਿਗਾਹ ਨਾਲ, ਨਫ਼ਰਤ ਵਾਲੀ ਨਿਗਾਹ ਨਾਲ ਦੇਖ ਰਿਹਾ। ਔਰ ਮੇਰੇ ਤੋਂ ਜਿਹਨੂੰ ਕਹਿੰਦੇ ਮੇਰਾ ਸਰੀਰ ਸੁੰਨ, ਇੱਕਦਮ ਸੁੰਨ ਹੋ ਗਿਆ ਮੇਰਾ ਸਰੀਰ। ਮੇਰੇ ਤੋਂ ਕੁਝ ਬੋਲ ਨਹੀਂ ਪਾ ਰਿਹਾ ਮੈਂ ਉਹਨਾਂ ਨੂੰ, ਨਾ ਹਾਂ ਨਾ ਮਤਲਬ ਮੇਰਾ ਚੁੱਪ ਸ਼ਾਂਤ। ਔਰ ਉਹ ਬੰਦਾ ਮੈਨੂੰ ਉੱਚੀ ਲਗਾਤਾਰ ਬੋਲ ਰਿਹਾ, ਤੂੰ ਬਹੁਤ ਵੱਡਾ ਅਮੀਰ ਆ, ਤੂੰ ਚੀਜ਼ ਕੀ ਆ, ਤੂੰ ਇਹ ਤੂੰ ਉਹ, ਬਹੁਤ ਕੁਝ ਬੋਲਿਆ ਮੈਨੂੰ ਹੈ ਨਾ। ਤਕਰੀਬਨ 2 ਮਿੰਟ ਦੇ ਬਾਅਦ ਮੇਰੇ ਮੂੰਹ ਚੋਂ ਇੱਕੋ ਗੱਲ ਨਿਕਲੀ। ਮੈਂ ਉਹਨਾਂ ਦੇ ਹੱਥ ਜੋੜ ਕੇ ਮੈਂ ਕਿਹਾ ਬਾਬਾ ਜੀ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ ਵੀ ਮੈਨੂੰ ਨਹੀਂ ਪਤਾ ਸੀ। ਤੇ ਉਹਨੇ ਫਿਰ ਜਦੋਂ ਮੈਂ ਉੱਥੋਂ ਗਲਤੀ ਮੰਨੀ ਤਾਂ ਉਸ ਬਜ਼ੁਰਗ ਨੇ ਮੇਰੇ ਮੋਢੇ 'ਤੇ ਹੱਥ ਰੱਖ ਲਿਆ। ਆਪਾਂ ਜਿੱਦਾਂ ਤੁਰੇ ਜਾਂਦੇ ਨਹੀਂ, ਮੋਢੇ ਦੇ ਉੱਤੇ ਹੱਥ ਰੱਖ ਲਿਆ। ਤਾਂ ਉਹਨਾਂ ਨੇ ਮੈਨੂੰ ਮੋਢੇ 'ਤੇ ਹੱਥ ਰੱਖ ਕੇ ਇਹ ਗੱਲ ਕਹੀ, ਨਾ ਤੂੰ ਆਪ ਕੀਰਤਨ ਸੁਣਿਆ, ਨਾ ਤੂੰ ਮੈਨੂੰ ਸੁਣਨ ਦਿੱਤਾ। ਮੈਂ ਚੁੱਪ, ਮੈਂ ਕੁਛ ਨਹੀਂ। ਮੈਨੂੰ ਇੱਦਾਂ ਲੈ ਕੇ ਸਰੋਵਰ ਦੇ ਕਿਨਾਰੇ ਬੈਠ ਗਏ। ਉਹਨਾਂ ਨੇ ਮੈਨੂੰ ਇੱਕੋ ਗੱਲ ਕੀਤੀ ਕਿ ਨਾ ਤੂੰ ਆਪ ਕੀਰਤਨ ਸੁਣਿਆ, ਨਾ ਤੂੰ ਮੈਨੂੰ ਸੁਣਨ ਦਿੱਤਾ। ਓਏ ਹੋਏ ਹੋਏ ਬਾਬਾ ਜੀ, ਕੀ ਮੇਰੇ ਮਨ ਦੀ ਅਵਸਥਾ ਹੋਊਗੀ ਤੁਸੀਂ ਸਮਝ ਸਕਦੇ ਆ। ਇੱਕ ਚੀਜ਼ ਮੈਂ ਆਪਣੇ ਦਿਮਾਗ 'ਚ ਸੋਚ ਰਿਹਾ ਔਰ ਸਾਹਮਣੇ ਥੱਲੇ ਘੱਟੋ ਘੱਟ ਪ੍ਰਕਰਮਾਂ 'ਚ ਤੁਰੇ ਜਾਂਦੇ ਬੰਦੇ ਨੂੰ ਇਹ ਗੱਲ ਸਾਹਮਣੇ ਉੱਪਰ ਬਹਿ ਕੇ ਆਪਣੇ ਮਨ 'ਚ ਸੋਚ ਰਿਹਾ ਕਿ ਮੈਂ ਉਹਨੂੰ ਚੋਲਾ ਲੈਦਾ, ਜੋ ਵੀ ਚੱਲ ਰਿਹਾ ਸੀ ਹੈ ਨਾ। ਤਾਂ ਉਹ ਬੰਦੇ ਦੇ ਦਿਮਾਗ 'ਚ ਇਹ ਗੱਲ ਉਹਨੂੰ ਪਤਾ ਲੱਗ ਰਹੀ ਹੈ ਔਰ ਉਹ ਬੰਦਾ ਮੇਰੀ ਜਾਨ ਸਭ ਕੁਝ ਦੇਖ ਰਿਹਾ ਵੀ ਇਹ ਬੰਦਾ ਮੇਰੇ ਬਾਰੇ ਕੀ ਸੋਚ ਰਿਹਾ। ਮੈਂ ਕਿ ਬੋਲ ਨਹੀਂ ਰਿਹਾ ਸੀ। ਮੈਂ ਉੱਪਰ ਬੈਠਾ ਸੀ, ਉਹ ਥੱਲੇ ਸੀ। ਉੱਪਰਲੀ ਪਰਿਕਰਮਾ 'ਚ ਜਿਹੜੀ ਉੱਪਰ ਉੱਤੇ ਦਰਬਾਰ ਸਾਹਿਬ ਦੇ ਅੰਦਰ ਉਹਦੀ ਪਰਿਕਰਮਾ ਸੀ। ਮੈਂ ਕੁਛ ਬੋਲ ਨਹੀਂ ਰਿਹਾ ਸੀ ਔਰ ਉਹ ਥੱਲੇ ਸੀ। ਔਰ ਉਹਨੇ ਮੇਰੀ ਮਨ ਦੀ ਅਵਸਥਾ ਉਹਨੂੰ ਪਤਾ ਲੱਗ ਗਈ ਕਿ ਕੀ ਚੱਲ ਰਿਹਾ ਮੇਰੇ ਦਿਮਾਗ ਦੇ ਵਿੱਚ। ਔਰ ਮੈਂ ਇੰਨਾ ਜ਼ਿਆਦਾ ਡਰ ਗਿਆ ਉਸ ਬੰਦੇ ਤੋਂ ਕਿ ਯਾਰ ਮੈਂ ਕਿਸ ਸ਼ਖਸੀਅਤ ਨਾਲ ਪੰਗਾ ਲੈ ਲਿਆ ਔਰ ਕੌਣ ਹੈ ਇਹ ਬੰਦਾ, ਮੈਨੂੰ ਨਹੀਂ ਪਤਾ। ਕੋਈ ਸਾਧੂ ਸੰਤ ਮੈਨੂੰ ਨਹੀਂ ਪਤਾ। ਫਿਰ ਉਹਨੇ ਬੜੇ ਪਿਆਰ ਨਾਲ ਜਦੋਂ ਉਹਨੇ ਮੈਨੂੰ ਡਰਿਆ ਹੋਇਆ ਵੇਖਿਆ ਤੇ ਮੇਰੇ ਗਲਾ ਭਰਿਆ। ਮੈਂ ਉਹ ਤੋਂ ਸਿਰਫ ਮਾਫੀ ਮੰਗੀ। ਮੈਂ ਕਿਹਾ ਬਾਬਾ ਜੀ ਮੈਨੂੰ ਮਾਫ ਕਰ ਦਿਓ ਵੀ ਮੈਂ ਤਾਂ ਬੱਚਾ ਤੁਹਾਡਾ ਤੇ ਕਿ ਮੇਰੇ ਤੋਂ ਇਹ ਗੱਲ ਗੁਸਤਾਖੀ ਹੋ ਗਈ। ਤਾਂ ਮਤਲਬ ਮਾਫੀ ਵੱਜਦੀ ਸੀ ਮੇਰੇ ਕੋਲ ਸ਼ਬਦ, ਤਾਂ ਮੈਂ ਕੁਛ ਨਹੀਂ ਬੋਲਿਆ। ਉਸ ਗੁਰੂ ਦੇ ਪਿਆਰੇ ਨੇ ਮੈਨੂੰ ਜਦੋਂ ਅਸੀਂ ਬੈਠ ਗਏ ਨਾ ਪਰਿਕਰਮਾ ਦੇ ਕੋਲੇ ਤਾਂ ਉਹਨੇ ਮੈਨੂੰ ਇੱਕ ਗੱਲ ਕਹੀ, ਕਹਿੰਦਾ ਕਿੰਨਾ ਪੜ੍ਹਿਆ। ਉਹਨੇ ਇੰਗਲਿਸ਼ 'ਚ ਮੈਨੂੰ 2-3 ਵਰਡ ਇੰਗਲਿਸ਼ ਦੇ ਬੋਲੇ ਤੇ ਹਾਊ ਓਲਡ ਆਰ ਯੂ, ਕਿੰਨੇ ਸਾਲਾਂ ਦਾ।
ਇੱਕ ਤਾਂ ਹੋਰ ਗੱਲਾਂ ਹੋਈਆਂ ਇੰਗਲਿਸ਼ 'ਚ, ਤੇ ਮੈਂ ਉਹਦੇ ਇੰਗਲਿਸ਼ 'ਚ ਆਨਸਰ ਦੇਣ ਦੀ, ਟੁੱਟੀ ਫੁੱਟੀ ਇੰਗਲਿਸ਼ 'ਚ ਮੈਂ ਉਹਦੇ ਆਨਸਰ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਪੰਜਾਬੀ 'ਚ ਆ ਗਿਆ। ਮੈਨੂੰ ਬੰਦੇ ਨੇ ਕਿਹਾ ਕਿ ਸਕੂਲ ਗਿਆ, ਤਾਂ ਮੈਂ ਕਿਹਾ ਜੀ ਬਿਲਕੁਲ। ਕਹਿੰਦਾ ਸਕੂਲ ਜਾਣ ਲਈ ਇੱਕ ਵਰਦੀ, ਡਰੈਸ, ਪਤਾ ਡਰੈਸ ਹਰ ਸਕੂਲ ਦੀ ਇੱਕ ਆਪਣੀ ਡਰੈਸ ਹੁੰਦੀ ਹੈ ਕਿ ਇਸ ਫਲਾਣੇ ਸਕੂਲ ਦਾ ਬੱਚਾ। ਮੈਂ ਕਿਹਾ ਜੀ ਜੀ। ਤਾਂ ਉਹਨੇ ਮੈਨੂੰ ਕਿਹਾ ਕਿ ਇਹ ਜਿਹੜੀ ਡਰੈਸ ਆ ਇਹ ਮੇਰੇ ਗੁਰੂ ਰਾਮਦਾਸ ਦੇ ਘਰ ਦੀ ਡਰੈਸ ਆ, ਪਾਟੇ ਕੱਪੜੇ, ਟਾਕੀਆਂ ਲੱਗਿਆ ਹੋਇਆ ਚੋਲਾ, ਮੈਂ ਜਦੋਂ ਵੀ ਆਉਣਾ ਇਹ ਡਰੈਸ ਪਾ ਕੇ ਆਉਣਾ। ਫਿਰ ਉਹਨੇ ਦੱਸਿਆ ਵੈਰੀ ਵੈਲ ਐਜੂਕੇਟਡ ਪਰਸਨ, ਦੈਨ ਮੇਰੀ ਨੈਫਿਊ, ਮੇਰਾ ਬੇਟਾ 에ਅਰਫੋਰਸ ਦੇ ਵਿੱਚ ਹੈਗਾ, ਔਰ ਕਈ ਗੱਲਾਂ ਉਹਨੇ ਮੈਨੂੰ ਦੱਸੀਆਂ ਆਪਣੀ ਫੈਮਿਲੀ ਬਾਰੇ, ਔਰ ਬਹੁਤ ਸਾਰੀਆਂ ਉਹਨੇ, ਜਿਹੜਾ ਮੇਰੀ ਬੇਟੀ ਆ ਅਮਰੀਕਾ ਦੇ ਵਿੱਚ ਹੈ, ਔਰ ਫੈਮਿਲੀ ਬੈਕਗਰਾਊਂਡ ਉਹਨਾਂ ਨੇ ਆਪਣਾ ਦੱਸਿਆ। ਤਾਂ ਦਿਨ ਮੈਂ ਚੁੱਪ, ਮੈਂ ਕੁਝ ਨਹੀਂ ਬੋਲ ਰਿਹਾ, ਮੈਂ ਬੈਠਾ ਉਹਨਾਂ ਨੂੰ ਸਿਰਫ ਮਹਿਸੂਸ ਕਰ ਰਿਹਾ। ਔਰ ਬਾਬਾ ਜੀ ਉਹ ਪੋਜ਼ਿਟਿਵਿਟੀ ਉਹਨਾਂ ਦੇ ਕੋਲੋਂ ਮੈਨੂੰ ਆ ਰਹੀ ਸੀ ਨਾ ਨਾਲ ਬੈਠ ਕੇ, ਉਹ ਮੈਂ ਕਹਿੰਦਾ ਵੀ ਉਹ ਅੱਜ ਤੱਕ ਉਹ ਜ਼ਿੰਦਗੀ 'ਚ ਦੁਬਾਰਾ ਮੈਂ ਕਦੇ ਮਹਿਸੂਸ ਹੀ ਨਹੀਂ ਕਰ ਪਾਇਆ। ਉਹ ਪੋਜ਼ਿਟਿਵਿਟੀ ਉਸ ਗੁਰੂ ਦੇ ਪਿਆਰੇ ਕੋਲੋਂ ਜੋ ਮੈਨੂੰ ਇੱਕ ਐਨਰਜੀ ਮਿਲੀ, ਜਾਂ ਮੈਨੂੰ ਇੱਦਾਂ ਲੱਗਿਆ ਕਿ ਮੇਰੀ ਥਕਾਵਟ ਲੈ ਗਈ। ਹਾਂ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਜਿਹੜੀ ਟਾਕੀਆਂ ਲੱਗੀਆਂ ਹੋਈਆਂ, ਤੂੰ ਮੈਨੂੰ ਚੋਲਾ ਲੈ ਕੇ ਦੇ ਰਿਹਾ ਸੀ ਨਾ, ਇਹ ਟਾਕੀਆਂ ਲੱਗੀਆਂ ਹੋਈਆਂ, ਮੈਨੂੰ ਚੋਲਾ ਲੈਣਾ ਕੋਈ ਵੱਡੀ ਗੱਲ ਨਹੀਂ, ਕਿ ਇਹ ਜਿਹੜੀਆਂ ਟਾਕੀਆਂ ਲੱਗੀਆਂ ਹੋਈਆਂ ਨੇ ਇਹ ਜਿੰਨੀਆਂ ਮੇਰੇ ਤੇ, ਮੈਂ ਇਸ ਦਰ ਦਾ ਕੁੱਤਾ, ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ਕੁੱਤਾ ਹਾਂ, ਤੇ ਮੇਰੇ ਤੇ ਜਿੰਨੀਆਂ ਵੀ ਇਹ ਟਾਕੀਆਂ ਲੱਗੀਆਂ ਹੋਈਆਂ ਚੋਲਾ ਵਾ, ਜਿੰਨੀਆਂ ਗੁਰੂ ਰਾਮਦਾਸ ਨੇ ਮੇਰੇ ਤੇ ਕਿਰਪਾ ਕੀਤੀਆਂ ਨੇ, ਮੇਰੇ ਤੇ ਕਿਰਪਾ ਹੋਈ ਆ ਗੁਰੂ ਰਾਮਦਾਸ ਮਹਾਰਾਜ ਦੀ, ਮੈਨੂੰ ਬੱਚੇ, ਮੈਨੂੰ ਜਿੰਨੀਆਂ ਦਾਤਾਂ ਅੱਜ ਤੱਕ ਮੈਨੂੰ ਜ਼ਿੰਦਗੀ 'ਚ ਮਿਲੀਆਂ ਨੇ, ਇਹ ਸਭ ਜਦੋਂ ਮੇਰੇ ਤੇ ਕੋਈ ਗੁਰੂ ਰਾਮਦਾਸ ਕਿਰਪਾ ਕਰਦੇ ਆ, ਮੈਨੂੰ ਕੋਈ ਦਾਤ ਦਿੰਦੇ ਆ, ਮੈਨੂੰ ਕੋਈ ਦਿੰਦੇ ਆ, ਤਾਂ ਮੈਂ ਇੱਕ ਟਾਕੀ ਆਪਣੇ ਚੋਲੇ ਤੇ ਲਾ ਦਿੰਦਾ, ਕਸਿਆ ਚੋਲਾ, ਪਾਟਿਆ ਚੋਲਾ। ਤਾਂ ਜਿੰਨੀਆਂ ਵੀ ਕਹਿੰਦਾ ਮੇਰੇ ਤੇ ਟਾਕੀਆਂ ਲੱਗੀਆਂ, ਤੂੰ ਮੇਰੇ ਚੋਲੇ ਤੇ ਦੇਖ ਰਿਹਾ, ਰੰਗ ਬਰੰਗੀਆਂ, ਇਹ ਸਭ ਉਸ ਗੁਰੂ ਰਾਮਦਾਸ ਦੀ ਕਿਰਪਾ ਹੋਈਆਂ ਨੇ ਮੇਰੇ ਤੇ। ਤਾਂ ਮੈਂ ਇੱਕ ਟਾਕੀ ਇਸ ਕਰਕੇ ਲਾ ਲੈਂਦਾ ਕਿ ਇਸ ਦਰ ਦੇ ਕੁੱਤੇ ਨੂੰ ਯਾਦ ਰਵੇ ਜੋ ਵਰਡ ਉਹਨਾਂ ਦੇ ਸੀ। ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਦਰ ਦੇ ਕੁੱਤੇ ਨੂੰ ਯਾਦ ਰਵੇ ਕਿ ਗੁਰੂ ਰਾਮਦਾਸ ਮਹਾਰਾਜ ਨੇ ਤੇਰੇ ਤੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਤਾਂ ਕਿ ਮੈਂ ਭੁੱਲ ਨਾ ਜਾਵਾਂ। ਜਦੋਂ ਮੈਂ ਚੋਲਾ ਗੁਰੂ ਰਾਮਦਾਸ ਦੇ ਘਰ ਆਉਣਾ, ਇੱਥੇ ਮੈਂ ਮੱਥਾ ਟੇਕਣਾ ਹੋਵਾਂ, ਮੈਂ ਸੇਵਾ ਕਰਨਾ ਵਾ, ਤੇ ਮੈਂ ਆਪਣੀ ਇਹ ਡਰੈਸ ਪਾ ਕੇ ਜਾਣਾ ਕਿ ਮੈਂ ਉਸ ਦਰ ਚੱਲਿਆ, ਉਸ ਸਕੂਲ 'ਚ ਚੱਲਿਆ ਜਿੱਥੋਂ ਮੈਨੂੰ ਸਭ ਕੁਝ ਮਿਲਿਆ। ਸੋ ਇਹ ਉਹ ਚੋਲਾ, ਇਸ ਕਰਕੇ ਤੂੰ ਬਾਕੀ ਮੈਨੂੰ ਕਹਿੰਦਾ ਚੰਗਾ ਚੱਲਦਾ। ਫਿਰ ਮੈਂ ਕਹਿ ਕੇ ਤੇ ਉਹ ਇੱਦਾਂ ਮੇਰੇ ਸਾਹਮਣੇ, ਪਰ ਮੈਂ ਉੱਥੇ ਬੈਠਾ ਰਿਹਾ, ਉੱਠਿਆ ਬਜ਼ੁਰਗ ਮੇਰੇ ਸਾਹਮਣੇ ਨਿਕਲ ਗਏ ਬਾਹਰ, ਡਿਊਟੀ ਸਾਹਿਬ ਤੋਂ ਬਾਹਰ ਨਿਕਲ ਗਏ, ਚਲੇ ਗਏ। ਔਰ ਇਹ ਮੈਂ ਉੱਥੇ ਬੈਠਾ ਇਹੀ ਸੋਚਦਾ ਰਿਹਾ ਕਿ ਯਾਰ ਮੈਂ ਕਿਸ ਬੰਦੇ ਨਾਲ ਪੰਗਾ ਲੈ ਲਿਆ ਸੀ, ਮੇਰੇ ਨਾਲ ਕੀ ਹੋ ਗਿਆ ਸੀ। ਮੈਂ ਤੋਂ ਉੱਠਿਆ ਵੀ ਨਹੀਂ ਗਿਆ, ਮੈਂ ਉੱਥੇ ਬੈਠਾ ਰਿਹਾ ਘੱਟੋ ਘੱਟ ਘੰਟੇ ਵਾਂਗੂ ਮੈਂ ਉੱਥੇ ਬੈਠਾ ਰਿਹਾ। ਔਰ ਜਦੋਂ ਮੈਂ ਆ ਕੇ ਘਰੇ ਆਪਣੀ ਮਦਰ ਨੂੰ ਇਹ ਗੱਲਾਂ ਦੱਸੀਆਂ, ਤਾਂ ਮਦਰ ਨੇ ਵੀ ਕਿਹਾ ਕਿ ਚੰਗਾ ਹੋ ਗਿਆ ਤੂੰ ਮਾਫੀ ਮੰਗ ਲਈ। ਤਾਂ ਮੈਂ ਨੈਕਸਟ ਟਾਈਮ ਮੈਂ ਗਿਆ, ਮੈਂ ਜਦੋਂ ਵੀ ਜਾਣਾ, ਹੁਣ ਵੀ ਜਾਣਾ ਦਰਬਾਰ ਸਾਹਿਬ, ਤਾਂ ਮੇਰੀਆਂ ਅੱਖਾਂ ਉਸੇ ਬਜ਼ੁਰਗ ਨੂੰ, ਉਸੇ ਰੱਬ ਦੇ ਪਿਆਰੇ ਨੂੰ ਲੱਭਦੀਆਂ ਰਹਿੰਦੀਆਂ ਨੇ, ਤਾਂ ਅੱਜ ਤੱਕ ਮੈਨੂੰ ਦੁਬਾਰਾ ਨਹੀਂ ਲੱਭਿਆ। ਸੋ ਹੋਰ ਵੀ ਕਈ ਗੱਲਾਂ ਮਤਲਬ ਹੋਈਆਂ ਨੇ ਜੋ ਮੈਂ ਦੱਸਣ ਤੋਂ ਪਰੇ ਨੇ, ਗੱਲਾਂ ਕਹਿਣ ਤੋਂ ਪਰੇ ਨੇ ਮੇਰੇ ਨਾਲ, ਪਰ ਉਹ ਅੱਜ ਤੱਕ ਵੀ ਮੈਂ ਲੱਖਾਂ ਸਵਾਲ ਲੈ ਕੇ ਨੈਕਸਟ ਟਾਈਮ ਜਦੋਂ ਮੈਂ ਗਿਆ ਅਗਲੇ ਸ਼ਨੀਵਾਰ ਸੰਡੇ, ਤਾਂ ਮੈਂ ਬਹੁਤ ਸਾਰੇ ਸਵਾਲ ਇਕੱਠੇ ਕਰਕੇ, ਲੰਮੀ ਲਿਸਟ ਸਵਾਲਾਂ ਦੀ ਇਕੱਠੀ ਕਰਕੇ ਲੈ ਕੇ ਗਿਆ ਕਿ ਉਸ ਬਜ਼ੁਰਗ ਨੂੰ ਇਹ ਪੁੱਛੂੰਗਾ ਮੇਰੇ ਨਾਲ ਇਹ ਕਿਉਂ ਹੋਇਆ, ਆਹ ਕਿਉਂ ਹੋਇਆ, ਇਹ ਕੀ ਹੋਇਆ। ਤਾਂ ਉਹ ਬੰਦਾ ਮੈਨੂੰ ਅੱਜ ਤੱਕ ਨਹੀਂ ਮਿਲਿਆ। ਸੋ ਮੇਰਾ ਇਹ ਵੀਡੀਓ ਬਣਾ ਕੇ ਤੁਹਾਨੂੰ ਸਭ ਨੂੰ ਦੱਸਣ ਦਾ, ਮੈਂ ਬਹੁਤ ਸਾਲ ਪੁਰਾਣੀ ਗੱਲ ਮੈਨੂੰ ਯਾਦ ਆ ਗਈ ਕੱਲ ਬੈਠੇ ਦੀਵਾਲੀ ਤੇ, ਤਾਂ ਮੇਰਾ ਤੁਹਾਨੂੰ ਵੀਡੀਓ ਬਣਾ ਕੇ ਇਹ ਦੱਸਣ ਦਾ ਕਾਰਨ ਇਹੀ ਸੀ ਕਿ ਲੋਕ ਕਹਿੰਦੇ ਆ ਕਿ ਕਰਾਮਾਤ ਨਹੀਂ ਹੁੰਦੀ, ਲੋਕ ਕਹਿੰਦੇ ਇਹ ਨਹੀਂ ਹੁੰਦਾ ਵੀ ਸਿੱਖ ਧਰਮ 'ਚ ਇਹ ਉਹ, ਮੈਂ ਕਈ ਚੀਜ਼ਾਂ ਆਪਾਂ ਸੁਣਦੇ ਆ ਰੋਜ਼, ਪ੍ਰਚਾਰਕਾਂ ਤੋਂ ਸੁਣਦੇ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ, ਪਰ ਮੈਂ ਇਹ ਚੀਜ਼ ਦੱਸਣ ਦਾ ਮੁਤਾਬਕ ਮੈਂ ਇਹੀ ਦੱਸਣ ਦਾ ਮੇਰਾ ਕਾਰਨ ਇਹ ਸੀ ਕਿ ਮੇਰੇ ਨਾਲ ਜੋ ਹੋਇਆ, ਅੱਡ ਬੀਤੀ ਕਿਸੇ ਹੋਰ ਨਾ ਹੋਇਆ ਹੋਵੇ, ਸੁਣੀ ਸੁਣਾਈ ਗੱਲ ਕੋਈ ਕਹਾਣੀ ਹੋਵੇ ਤਾਂ ਮੈਂ ਕਹਾਂ
ਪਰ ਜੋ ਚੀਜ਼ ਮੇਰੇ ਨਾਲ ਹੋਈ, ਮੈਂ ਫੀਲ ਕੀਤੀ, ਮੈਂ ਆਪ ਸਭ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।